ਸਾਰਿਆਂ ਨੂੰ ਪ੍ਰਭੂ ਯਿਸੂ ਮਸੀਹ ਦੇ ਸੁੰਦਰ ਪਵਿੱਤਰ ਨਾਮ ਵਿੱਚ ਜੈ ਮਸੀਹ ਦੀ। We greet everyone in the name of Jesus. ਪ੍ਰਭੂ ਜੀ ਦਾ ਧੰਨਵਾਦ ਕਰਦੇ ਹਾਂ ਜਿਸ ਮਹਾਨ ਪਰਮੇਸ਼ਰ ਨੇ ਸਾਡੇ ਤੇ ਦਇਆ ਕੀਤੀ ਔਰ ਆਪ ਸਭ ਤੇ ਦਇਆ ਕੀਤੀ, ਸਾਨੂੰ ਜਿੰਦਾ ਦੀ ਜ਼ਮੀਨ ਤੇ ਰੱਖਿਆ ਤਾਂ ਜੋ ਅੱਜ ਫਿਰ ਦੁਬਾਰਾ ਤੁਹਾਡੇ ਰੂਬਰੂ ਹੋ ਕੇ ਪਰਮੇਸ਼ਰ ਦਾ ਵਚਨ ਪੇਸ਼ ਕਰ ਸਕੀਏ ਔਰ ਪ੍ਰਭੂ ਦਾ ਪਿਆਰ ਬਣ ਸਕੀਏ। We thank the Lord that once again He's given us the opportunity to come before you and share the word of God with you. ਅੱਜ ਅਸੀਂ ਪ੍ਰਭੂ ਜੀ ਦੇ ਪਾਕ ਵਚਨਾਂ ਦੇ ਵਿੱਚੋਂ ਰਸੂਲਾਂ ਦੀ ਕਿਤਾਬ ਉਹਦਾ 4 ਅਧਿਆਏ 12ਵਾਂ ਵਚਨ ਪੜਾਂਗੇ। And we look at the book of Acts chapter 4 verse 12. ਇਸ ਵਿੱਚ ਇਸ ਤਰ੍ਹਾਂ ਲਿਖਿਆ ਹੈ, ਔਰ ਕਿਸੇ ਦੂਏ ਤੋਂ ਮੁਕਤੀ ਨਹੀਂ, ਕਿਉਂ ਜੋ ਆਕਾਸ਼ ਦੇ ਹੇਠਾਂ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਣਾ ਹੈ। Nor is there salvation in any other, for there is no other name under heaven given among men by which we must be saved. ਸੋ ਜੀਜ਼ੋ, ਪਰਮੇਸ਼ਰ ਨੇ ਆਪਣੇ ਦਾਸ ਪਤਰਸ ਤੇ ਇਸ ਗੱਲ ਨੂੰ ਜ਼ਾਹਰ ਕੀਤਾ ਕਿ ਆਕਾਸ਼ ਦੇ ਹੇਠ ਮਨੁੱਖਾਂ ਵਿੱਚ ਕੋਈ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਦੁਆਰਾ ਮੁਕਤੀ ਹੈ। And this was revealed to Peter that there is no other name under heaven or earth which you can receive salvation through. ਕਿਉਂਕਿ ਹਰ ਇੱਕ ਨਾਮ ਜੋ ਰੱਖਿਆ ਗਿਆ ਹੈ ਉਹ ਇੱਕ ਜੋੜੇ ਤੋਂ ਪੈਦਾ ਹੋਇਆ ਇਨਸਾਨ ਹੈ। ਇਨਸਾਨ ਨੂੰ ਮੁਕਤੀ ਨਹੀਂ ਦੇ ਸਕਦਾ। And man who has been born from a couple cannot give salvation to anyone. ਸੋ ਜੀਜ਼ੋ, ਯਿਸੂ ਨਾਮ ਜੋ ਸੁਰਗ ਤੋਂ ਦਿੱਤਾ ਗਿਆ ਨਾਮ ਹੈ, ਯਿਸੂ ਨਾਮ ਜੋ ਕਿ ਸ਼ਬਦ ਨੇ ਦੇਹ ਨੂੰ ਧਾਰਨ ਕਰਕੇ ਪਰਮੇਸ਼ਰ ਨੇ ਇਸ ਅੱਜ ਧਰਤੀ ਤੇ ਭੇਜਿਆ। And the name Jesus Christ was spoken to Mary and the word became flesh. ਜਦੋਂ ਅਸੀਂ ਮਤੀ ਦੀ ਇੰਜੀਲ 1 ਅਧਿਆਏ 21 ਆਇਤ ਪੜ੍ਹਦੇ ਹਾਂ ਤਾਂ ਪਰਮੇਸ਼ਰ ਦੇ ਵਚਨ 'ਚ ਸਾਨੂੰ ਪਤਾ ਲੱਗਦਾ ਹੈ ਕਿ ਪਰਮੇਸ਼ਰ ਨੇ ਯੂਸੁਫ ਤੇ ਇਸ ਗੱਲ ਨੂੰ ਜ਼ਾਹਰ ਕੀਤਾ ਜਦੋਂ ਯੂਸੁਫ ਸੋਚ ਵਿੱਚ ਪਿਆ ਸੀ ਕਿ ਮੈਂ ਮਰੀਮ ਨੂੰ ਚੁੱਪ ਕਰਕੇ ਤਿਆਗਦਾ। ਉਹਨੂੰ ਜਦੋਂ ਪਤਾ ਲੱਗਾ ਕਿ ਮੇਰੀ ਮੰਗੇਤਰ ਮਰੀਮ ਗਰਭਵਤੀ ਪਾਈ ਗਈ ਹੈ, ਸੋ ਪਰਮੇਸ਼ਰ ਦੇ ਉਸ ਭੇਤ ਨੂੰ ਨਾ ਜਾਣਦੇ ਹੋਏ ਉਸਨੇ ਚੁੱਪ ਕਰਕੇ ਉਸ ਨੂੰ ਬਦਨਾਮ ਨਾ ਕਰਦੇ ਹੋਏ ਚੁੱਪ ਕਰਕੇ ਤਿਆਗਣ ਦਾ ਸੋਚ ਕੀਤੀ ਹੈ। And when Joseph had found out that his fiancée was pregnant, he had thought to himself that I would put her away quietly, I won't make a big scene, but I would just not marry her anymore. ਸੋ ਅਸੀਂ ਜਦੋਂ ਪੜ੍ਹਦੇ ਹਾਂ ਮਤੀ ਦੀ ਇੰਜੀਲ 1 ਦੀ 21 ਆਇਤ ਵਿੱਚ ਉਹਦੇ ਵਿੱਚ ਲਿਖਿਆ, ਉਹ ਪੁੱਤਰ ਜਣੇਗੀ ਤੋ ਉਹਦਾ ਨਾਮ ਯਿਸੂ ਰੱਖੀ, ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ। But the Lord revealed to Joseph and said to him, and she shall bring forth a son, and she shall call his name Jesus, for he will save his people from their sins. ਸੋ ਪਤਰਸ ਨੇ ਜੋ ਗੱਲ ਕਹੀ ਹੈ ਕਿ ਕਿਸੇ ਦੂਜਾ ਨਾਮ ਨਹੀਂ ਦਿੱਤਾ ਗਿਆ ਜਿਸ ਦੁਆਰਾ ਮੁਕਤੀ ਹੈ, ਕਿਉਂਕਿ ਹਰ ਇੱਕ ਨਾਮ ਜੋ ਹੈ ਉਹ ਇੱਕ ਜੋੜੇ ਤੋਂ ਪੈਦਾ ਹੋਇਆ ਜਿਹਦਾ ਨਾਮ ਰੱਖਿਆ ਗਿਆ ਹੈ। ਯਿਸੂ ਨਾਮ ਕਿਸੇ ਜੋੜੇ ਦੁਆਰਾ ਨਹੀਂ, ਕਿਸੇ ਪੁਰਖ ਦੇ ਦੁਆਰਾ ਨਹੀਂ, ਕਿਸੇ ਇਨਸਾਨ ਦੀ ਇੱਛਾ ਦੇ ਮੁਤਾਬਕ ਨਹੀਂ। ਪਰਮੇਸ਼ਰ ਨੇ ਆਪਣੇ ਸ਼ਬਦ ਨੂੰ, ਜਿਸ ਸ਼ਬਦ ਨਾਲ ਧਰਤੀ ਕਾਜ ਦੀ ਰਚਨਾ ਕੀਤੀ, ਸ਼ਬਦ ਨੂੰ ਦੇਹ ਧਾਰੀ ਕਰਕੇ ਯਿਸੂ ਦਾ ਨਾਮ 'ਚ ਭੇਜਿਆ ਤਾਂ ਜੋ ਇਨਸਾਨ ਦੀ ਮੁਕਤੀ ਦਾ ਕਾਰਨ ਬਣੇ। And everyone who is named has been born of a couple, and this couple will name that person who was born. But Jesus Christ was born through Mary, and the Holy Spirit spoke to Mary, and the Word became flesh. ਸੋ ਜੀਜੋ, ਸ਼ੈਤਾਨ ਤੋਂ ਛੁਟਕਾਰਾ ਪਾਉਣਾ, ਪਾਪ ਤੋਂ ਛੁਟਕਾਰਾ ਪਾਉਣਾ, ਨਰਕ ਤੋਂ ਬਚਣਾ, ਇਸ ਗੱਲ ਨੂੰ ਮੁਕਤੀ ਕਹਿੰਦੇ ਹੈ। And to be set free from your sins and to be saved from hell, this is called salvation. ਸੋ ਜੀਜੋ, ਯਿਸੂ ਨਾਮ ਦੇ ਵਿੱਚ ਮੁਕਤੀ ਹੈ। ਯਿਸੂ ਨਾਮ ਦੇ ਦੁਆਰਾ ਅਸੀਂ ਸ਼ੈਤਾਨ ਤੋਂ, ਪਾਪਾਂ ਤੋਂ ਛੁਟਕਾਰਾ ਪਾ ਸਕਦੇ ਹਾਂ ਔਰ ਸਦਾ ਦੀ ਨਰਕ ਤੋਂ, ਸਦਾ ਦੀ ਅੱਗ ਤੋਂ ਅਸੀਂ ਬਚ ਸਕਦੇ ਹਾਂ। And there is only salvation in the name of Jesus, and only that name can save you from the flames of hell. ਸੋ ਸਾਰੇ ਜਹਾਨ ਦਾ ਇੱਕੋ ਪਰਮੇਸ਼ਰ ਹੈ, ਸਾਰੇ ਰੂਹਾਂ ਦਾ ਇੱਕੋ ਪਰਮੇਸ਼ਰ ਹੈ। ਜਿਸ ਪਰਮੇਸ਼ਰ ਨੇ ਸਾਰੇ ਜਹਾਨ ਨੂੰ ਬਣਾਇਆ, ਉਸ ਪਰਮੇਸ਼ਰ ਦੇ ਮਨ ਵਿੱਚ ਤਰਸ ਆਇਆ, ਪਿਆਰ ਆਇਆ, ਜਿਸ ਨੇ ਇਨਸਾਨ ਨੂੰ ਆਪਣੇ ਹੱਥਾਂ ਦੇ ਨਾਲ ਬਣਾਇਆ। ਸੋ ਪਰਮੇਸ਼ਰ ਨੇ ਆਪਣੇ ਸ਼ਬਦ ਨੂੰ ਦੇਹ ਧਾਰੀ ਕਰਕੇ ਯਿਸੂ ਦੇ ਨਾਮ 'ਚ ਭੇਜਿਆ ਤਾਂ ਜੋ ਇਨਸਾਨਾਂ ਦੇ ਵਾਸਤੇ ਮੁਕਤੀ ਦਾ ਛੁਟਕਾਰੇ ਦਾ ਕਾਰਨ ਬਣੇ। And there is only one name that can set you free, and that name is Jesus Christ, and he loves the whole world. He died for the whole world,
that they might receive salvation through him. ਅਸੀਂ ਜਦੋਂ ਯਹੋਨਾ ਦੀ ਇੰਜੀਲ ਉਹਦਾ 3 ਅਧਿਆਇ ਉਹਦਾ 16ਵਾਂ ਵਚਨ ਪੜ੍ਹਦੇ ਹਾਂ ਤਾਂ ਪਰਮੇਸ਼ਰ ਦੇ ਵਚਨ ਵਿੱਚ ਲਿਖਿਆ ਹੈ ਕਿ ਕਿਉਂ ਜੋ ਪਰਮੇਸ਼ਰ ਨੇ ਜਗਤ ਨੂੰ ਅਜਿਹਾ ਪਿਆਰ ਕੀਤਾ ਤਾਂ ਜੋ ਉਸਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਹਰ ਇੱਕ ਜੋ ਉਤੇ ਨਿਚਾ ਕਰੇ ਨਾਸ਼ ਨਾ ਹੋਵੇ ਬਲਕਿ ਸਦੀਪਕ ਜੀਵਨ ਪਾਵੇ। And when we read John 3:16, it says, "For God so loved the world that he gave his only begotten Son, that whoever believes in him should not perish but have everlasting life." ਸੋ ਜਿਸ ਪਰਮੇਸ਼ਰ ਨੇ ਇਨਸਾਨ ਨੂੰ ਬਣਾਇਆ, ਜਿਸ ਪਰਮੇਸ਼ਰ ਨੇ ਆਪਣੇ ਮਹਿਮਾ ਦੇ ਵਾਸਤੇ ਇਨਸਾਨ ਨੂੰ ਰਚਿਆ, ਆਪਣੇ ਹੱਥਾਂ ਨਾਲ ਬਣਾਇਆ, ਉਸ ਪਰਮੇਸ਼ਰ ਨੇ ਇਨਸਾਨ ਦੇ ਵਾਸਤੇ ਛੁਟਕਾਰੇ ਦਾ, ਮੁਕਤੀ ਦਾ ਕਾਰਨ ਠਹਿਰਾਇਆ। ਯਿਸੂ ਨਾਮ ਇਸ ਧਰਤੀ ਤੇ ਭੇਜਿਆ ਤਾਂ ਜੋ ਹਰ ਇੱਕ ਜੋ ਤੇ ਨਿਸ਼ਚਾ ਕਰੇ, ਹਰ ਇੱਕ ਯਿਸੂ ਨਾਮ ਦੇ ਨਾਲ ਜੋ ਜੁੜੇ ਉਹ ਸ਼ੈਤਾਨ ਤੋਂ ਛੁਟਕਾਰਾ ਪਾਵੇ ਔਰ ਸਦਾ ਦੀ ਖੁਸ਼ੀ ਵਿੱਚ ਜਾ ਪਹੁੰਚੇ। And Jesus Christ made a way when he came on this earth that whoever believes in him should not perish but have eternal life and be set free from the works of the devil. ਇਸੇ ਤਰ੍ਹਾਂ ਅਸੀਂ ਲੂਕਾ ਦੀ ਇੰਜੀਲ ਉਹਦਾ 4 ਅਧਿਆਇ ਜਦੋਂ ਪੜ੍ਹਦੇ ਹਾਂ ਉਹਦੇ 16ਵੇਂ ਵਚਨ ਨੂੰ ਪ੍ਰਭੂ ਯਿਸੂ ਮਸੀਹ ਨੇ ਆਪਣੀ ਜਦੋਂ ਸੇਵਕਾਈ ਨੂੰ ਸ਼ੁਰੂ ਕੀਤਾ ਤੇ ਪ੍ਰਭੂ ਯਿਸੂ ਮਸੀਹ ਆਤਮਾ ਦੀ ਪਵਿੱਤਰ ਆਤਮਾ ਦੀ ਸ਼ਕਤੀ ਪਾ ਕੇ ਔਰ ਆਪਣੀ ਸੇਵਕਾਈ ਨੂੰ ਸ਼ੁਰੂ ਕਰਦੇ ਹੈ ਔਰ ਜਦੋਂ ਨਾਸਰਤ ਨੂੰ ਆਉਂਦੇ ਹੈ ਜਿੱਥੇ ਉਹ ਜੰਮੇ ਪਲੇ ਹੈ ਉੱਥੇ ਆ ਕੇ ਸੁਨਗੋਹ ਦੇ ਵਿੱਚ ਪਰਮੇਸ਼ਰ ਦੇ ਘਰ ਵਿੱਚ ਜਾ ਕੇ ਜਦੋਂ ਯਸ਼ਾਇਆ ਦੀ ਪੁਸਤਕ ਉਹਨਾਂ ਨੂੰ ਪੜ੍ਹਾਈ ਗਈ ਤਾਂ ਉਹਨਾਂ ਨੇ ਉਸ ਵਚਨ ਨੂੰ ਪੜ੍ਹਿਆ। ਇੱਕ ਅਧਿਆਇ ਉਹਦਾ 18ਵਾਂ ਵਚਨ ਉਸ ਤਰ੍ਹਾਂ ਇਸ ਲਿਖਿਆ ਹੈ 4:18, ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ ਇਸ ਲਈ ਉਸਨੇ ਮੈਨੂੰ ਮਸਾ ਕੀਤਾ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸਨੇ ਮੈਨੂੰ ਕੱਲਿਆ ਕਿ ਮੈਂ ਬੰਧੂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਤੇ ਕੁਚਲਿਆ ਹੋਇਆਂ ਨੂੰ ਛਡਾਵਾਂ। And when Jesus Christ had fasted for 40 days, he had been in the desert. He went to Nazareth, where he was brought up, and he went to the synagogue, and the book of Isaiah was given to him, and he read the scripture, "The Spirit of the Lord is upon me, because he's anointed me to preach the gospel to the poor. He has sent me to heal the brokenhearted, to proclaim liberty to the captives and recover of the sight to the blind, to set liberty to those who are oppressed, to proclaim the acceptable year of the Lord." ਸੋ ਯਿਸੂ ਮਸੀਹ ਨੂੰ ਜਦੋਂ ਯਸ਼ਾਇਆ ਦੀ ਪੁਸਤਕ ਪੜ੍ਹਾਈ ਗਈ ਉਹਨਾਂ ਨੇ ਉਹ ਵਚਨ ਕੱਢਿਆ ਜਿੱਥੇ ਕਿ ਉਹਨਾਂ ਦੇ ਬਾਰੇ ਨਬੂਵਤ ਲਿਖੀ ਸੀ, ਉਹਨਾਂ ਦੇ ਬਾਰੇ ਲਿਖਿਆ ਗਿਆ ਸੀ। ਯਸ਼ਾਇਆ ਜੋ ਕਿ ਯਿਸੂ ਮਸੀਹ ਦੇ ਆਉਣ ਤੋਂ 700 ਸਾਲ ਪਹਿਲਾਂ ਪਰਮੇਸ਼ਰ ਦੇ ਲੋਕਾਂ ਨੂੰ ਉਹਨਾਂ ਦੱਸਦਾ ਹੈ ਕਿ ਪਰਮੇਸ਼ਰ ਦਾ ਆਤਮਾ ਯਿਸੂ ਤੇ ਹੈ ਤਾਂ ਜੋ ਉਹਨੂੰ ਮਸਾ ਕੀਤਾ ਗਿਆ, ਉਹਨੂੰ ਠਹਿਰਾਇਆ ਗਿਆ, ਉਸ ਨੂੰ ਮੁਕਰਰ ਕੀਤਾ ਗਿਆ ਤਾਂ ਜੋ ਯਿਸੂ ਨਾਮ ਲੋਕਾਂ ਦੇ ਵਾਸਤੇ ਠਹਿਰਾਇਆ ਗਿਆ ਤਾਂ ਜੋ ਛੁਟਕਾਰੇ ਦਾ ਕਾਰਨ ਬਣੇ। And when Jesus read that scripture from Isaiah, he said that the Spirit of the Lord is upon me, and he has anointed me to preach the gospel to the poor. ਪਹਿਲੀ ਗੱਲ ਯਿਸੂ ਮਸੀਹ ਨੂੰ ਮਸਾ ਕੀਤਾ ਗਿਆ, ਯਿਸੂ ਮਸੀਹ ਨੂੰ ਇਸ ਗੱਲ ਲਈ ਮੁਕਰਰ ਕੀਤਾ ਗਿਆ, ਯਿਸੂ ਮਸੀਹ ਨੂੰ ਇਸ ਗੱਲ ਲਈ ਅਲੱਗ ਕੀਤਾ ਗਿਆ ਤਾਂ ਜੋ ਇਨਸਾਨ ਦੇ ਵਾਸਤੇ ਮੁਕਤੀ ਦਾ ਕਾਰਨ ਬਣੇ। And the first point we see here that Jesus Christ has been separated, he has been anointed to do God's work. ਦੂਸਰਾ ਪੁਆਇੰਟ ਹੈ ਕਿ ਭਾਈ ਉਹ ਗਰੀਬਾਂ ਨੂੰ ਖੁਸ਼ਖਬਰੀ ਸੁਣਾਵੇ। And the second point is that he came to preach the gospel to the poor. ਗਰੀਬ ਅੱਜ ਅਸੀਂ ਉਹਨਾਂ ਨੂੰ ਗਰੀਬ ਕਹਿੰਦੇ ਹਾਂ ਜਿਹਦੇ ਕੋਲ ਖਾਣਾ ਨਹੀਂ ਹੈ, ਜਿਹਦੇ ਕੋਲ ਮਕਾਨ ਨਹੀਂ ਹੈ, ਜਿਹਦੇ ਕੋਲ ਅੱਛਾ ਕੋਈ ਸਟੇਟਸ ਨਹੀਂ ਹੈ, ਲਾਈਫ ਨਹੀਂ ਹੈ, ਅਸੀਂ ਕਹਿੰਦੇ ਹਾਂ ਉਹ ਵਿਚਾਰਾ ਗਰੀਬ ਜਿਹਾ। And nowadays we say that the poor person is that person who doesn't have a job or a house or any status in life. Those people are poor. ਪਰ ਪਰਮੇਸ਼ਰ ਦਾ ਵਚਨ ਉਹਨਾਂ ਨੂੰ ਗਰੀਬ ਕਹਿੰਦਾ ਹੈ ਜਿਨ੍ਹਾਂ ਦੇ ਕੋਲ ਸਭ ਕੁਝ ਹੋਣ ਦੇ ਬਾਵਜੂਦ ਵੀ ਇਸ ਜਹਾਨ ਨੂੰ ਛੱਡਣ ਤੋਂ ਬਾਅਦ ਵਿੱਚ ਸਦਾ ਦਾ ਰੋਣਾ, ਕਚੀਚਿਆਂ ਦਾ ਵੱਟਣਾ, ਜਿੱਥੇ ਉਹਨੇ ਉੱਥੇ ਚਲੇ ਜਾਣਾ ਜਿੱਥੇ ਉਹਨੂੰ ਕੋਈ ਛਡਾ ਨਹੀਂ ਸਕਦਾ। And the word of God tells us that poor are those people who do not have Jesus Christ as their Lord and Savior, but will be cast out into outer darkness at the end of time. ਸੋ ਅਜ਼ੀਜ਼ੋ, ਪਰਮੇਸ਼ਰ ਦੇ ਪਿਆਰਿਓ, ਪਰਮੇਸ਼ਰ ਨੇ ਇਨਸਾਨ ਦੇ ਮੁਕਤੀ ਦਾ ਇੰਤਜ਼ਾਮ ਕੀਤਾ, ਪਰਮੇਸ਼ਰ ਨੇ ਜਹਾਨ ਨੂੰ ਪਿਆਰ ਕੀਤਾ ਕਿਉਂਕਿ ਉਹਨੇ ਇਨਸਾਨ ਨੂੰ ਆਪਣੇ ਹੱਥਾਂ ਨਾਲ ਬਣਾਇਆ, ਰਚਿਆ। ਉਹ ਨਹੀਂ ਚਾਹੁੰਦਾ ਸੀ ਕਿ ਇਨਸਾਨ ਸਦਾ ਦੀ ਨਰਕ ਵਿੱਚ, ਸਦਾ ਦੀ ਅੱਗ ਵਿੱਚ ਚਲੇ ਜਾਏ। And because Jesus Christ loves everyone, he died for everyone, it's not his will that anyone should be cast into hell.
ਤਾਂ ਦੂਸਰਾ ਪੁਆਇੰਟ ਸੀਗਾ ਕਿ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਇਸ ਕਰਕੇ ਠਹਿਰਾਇਆ, ਆਪਣੇ ਸ਼ਬਦ ਨੂੰ ਦੇ ਧਰ ਕਰਕੇ ਭੇਜਿਆ ਤਾਂ ਜੋ ਉਹ ਗਰੀਬਾਂ ਦੇ ਵਾਸਤੇ ਇੱਕ ਆਸ਼ੀਸ਼ ਦਾ ਕਾਰਨ ਬਣੇ। ਉਹ ਗਰੀਬ ਜਿਹੜੇ ਇਸ ਜਹਾਨ ਵਿੱਚ ਆਪਣੇ ਆਪ ਨੂੰ ਬਹੁਤ ਸਾਰਾ ਕੁਝ ਕਹਿੰਦੇ ਹੋਏ ਇਸ ਜਹਾਨ ਨੂੰ ਜੋ ਛੱਡਣਾ ਹੈ, ਉਹਨਾਂ ਦੇ ਪੱਲੇ ਕੁਝ ਨਹੀਂ ਹੈ, ਉਹਨਾਂ ਦੇ ਸਦਾ ਦੀ ਅੱਗ ਵਿੱਚ ਚਲੇ ਜਾਣਾ ਹੈ। ਯਿਸੂ ਮਸੀਹ ਉਹਨਾਂ ਨੂੰ ਛੁਡਾਉਣ ਵਾਸਤੇ ਆਏ। And Jesus Christ came to set those people free who are going to go to hell, who will spend eternity there, but to give them the opportunity to once again to turn back and have that relationship with Him. तो तीसरा पॉइंट है कि ਉਹ ਮੈਨੂੰ ਕੱਲਿਆ ਕਿ ਬੰਧੂਆਂ ਨੂੰ ਛੁੱਟਣ ਅਤੇ ਅੰਧਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ। And the next point is that He came to proclaim liberty to the captives and to recover sight to the blind. ਸੋ ਯਿਸੂ ਮਸੀਹ ਨੂੰ ਪਰਮੇਸ਼ਰ ਨੇ ਆਪਣੇ ਸ਼ਬਦ ਨੂੰ ਇਸ ਧਰਤੀ ਤੇ ਭੇਜਿਆ ਤਾਂ ਜੋ ਸ਼ੈਤਾਨ ਦੇ ਦੁਆਰਾ ਬੰਨਿਆ ਹੋਇਆ ਇਨਸਾਨ, ਉਹਦੀ ਆਤਮਾ ਤੇ ਕਬਜ਼ਾ ਕੀਤਾ ਇਨਸਾਨ ਨੂੰ ਛੁਟਕਾਰਾ ਦੇਵੇ ਔਰ ਉਸ ਨੂੰ ਪਰਮੇਸ਼ਰ ਨਾਲ ਮਿਲਾਵੇ। And Jesus Christ came that those who have been bound by the devil by his works might be set free. ਜਿਸ ਦਿਨ ਤੋਂ ਆਦਮ ਤੇ ਹਵਾ ਨੇ ਪਰਮੇਸ਼ਰ ਦੇ ਵਚਨ ਦੀ ਉਲੰਘਣਾ ਕੀਤੀ, ਉਹਨਾਂ ਨੇ ਆਪਣੀ ਮਨਮਰਜ਼ੀ ਕੀਤੀ, ਸ਼ੈਤਾਨ ਦੀ ਆਵਾਜ਼ ਨੂੰ ਸੁਣਿਆ, ਉਸ ਦਿਨ ਤੋਂ ਆਤਮਾ ਨੂੰ ਇਨਸਾਨ ਦੇ ਆਤਮਾ ਨੂੰ ਸ਼ੈਤਾਨ ਨੇ ਫੜ ਲਿਆ ਤਾਂ ਜੋ ਉਹਨੂੰ ਬੰਨ ਲਵੇ, ਉਹਨੂੰ ਪਰਮੇਸ਼ਰ ਦੇ ਤੋਂ ਅਲੱਗ ਕਰ ਦੇਵੇ। And the day that Adam and Eve came out of the Garden of Eden, the devil had tried to bind people that he might have control over them. ਸੋ ਜਦੋਂ ਯਿਸੂ ਮਸੀਹ ਇਨਸਾਨ ਨੂੰ ਉਸ ਬੰਧਨ ਤੋਂ, ਸ਼ੈਤਾਨ ਦੇ ਉਸ ਕਬਜ਼ੇ ਤੋਂ ਛੁਡਾਉਣ ਵਾਸਤੇ ਇਸ ਧਰਤੀ ਤੇ ਆਏ। And Jesus Christ came to this earth that he might set people free from the captivity of the devil. ਔਰ ਚੌਥਾ ਪੁਆਇੰਟ ਹੈ ਕਿ ਅੰਨ੍ਹਿਆਂ ਨੂੰ ਵੇਖਣ ਅਤੇ ਕੁਚਲਿਆਂ ਨੂੰ ਛੁਡਾਵਾਂ। And the next point is that he might recover sight to the blind and set liberty to those who are oppressed. ਅੰਨੇ ਉਹ ਨਹੀਂ ਕਿ ਜਿਨ੍ਹਾਂ ਕੋ ਅੱਖਾਂ ਨਹੀਂ ਹੈ, ਅੰਨੇ ਉਹ ਜਿਹੜੇ ਪਰਮੇਸ਼ਰ ਨੂੰ ਨਹੀਂ ਜਿਨ੍ਹਾਂ ਨੇ ਹਾਲ ਤੱਕ ਜਾਣਿਆ, ਉਹ ਆਤਮਿਕ ਤੌਰ ਤੇ ਉਹ ਅੰਨੇ ਹੈ। And blind are not those people who are physically blind or those who have eyes, but those who are spiritually blind who have not seen Jesus Christ yet. ਸੋ ਯਿਸੂ ਮਸੀਹ ਅੰਨਿਆਂ ਨੂੰ ਵੇਖਣ ਅਤੇ ਕੁਚਲਿਆਂ ਨੂੰ ਛੁਡਾਉਣ ਵਾਸਤੇ ਇਸ ਧਰਤੀ ਤੇ ਆਏ। And Jesus Christ came to set those free who are blind and give liberty to those who are oppressed. ਅਸੀਂ ਜਦੋਂ ਮਤੀ ਦੀ ਇੰਜੀਲ ਉਹਦਾ 15 ਅਧਿਆਏ ਉਹਦਾ ਜਦੋਂ ਅਸੀਂ 29 ਅਧ ਪੜ੍ਹਦੇ ਹਾਂ ਤਾਂ ਪਰਮੇਸ਼ਰ ਦੇ ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ। And when we read Matthew 15 verse 29, ਯਿਸੂ ਉੱਥੋਂ ਤੁਰ ਕੇ ਗਲੀਲ ਦੀ ਝੀਲ ਦੇ ਨੇੜੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਥੇ ਬਹਿ ਗਿਆ ਅਤੇ ਬਹੁਤ ਟੋਲੀਆਂ ਲੰਗਿਆਂ, ਅੰਨਿਆਂ, ਗੂੰਗਿਆਂ, ਟੁੰਡਿਆਂ ਅਤੇ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈ ਕੇ ਉਹਦੇ ਕੋਲ ਆਇਆ ਅਤੇ ਉਹਨਾਂ ਦੇ ਚਰਨਾਂ ਉੱਤੇ ਪਾਇਆ। ਉਹਦੇ ਚਰਨਾਂ ਤੇ ਪਾਇਆ ਜਾਂ ਉਸਨੇ ਉਹਨਾਂ ਨੂੰ ਚੰਗਾ ਕੀਤਾ। ਇੱਥੋਂ ਤੋੜੀ ਕਿ ਜਾਂ ਲੋਕਾਂ ਨੇ ਵੇਖਿਆ ਕਿ ਗੂੰਗੇ ਬੋਲਦੇ ਅਤੇ ਟੁੰਡੇ ਚੰਗੇ ਹੁੰਦੇ ਅਤੇ ਲੰਗੇ ਤੁਰਦੇ ਅਤੇ ਅੰਨੇ ਵੇਖਦੇ ਹਨ ਤੇ ਹੈਰਾਨ ਹੋਏ ਅਤੇ ਇਸਰਾਇਲ ਦੇ ਪਰਮੇਸ਼ਰ ਦੀ ਵਡਿਆਈ ਕੀਤੀ। So we read in verse 29, it says, Jesus departed from there, skirted the Sea of Galilee, and went up to the mountain and sat down there. Then the great multitude came to him, saying, having with them the lame, the blind, the mute, the maimed, and the many others, and laid them down at Jesus' feet, and he healed them. So the multitude marveled when they saw the mute speaking, and the maimed made whole, and the lame walking, and the blind seeing, and they glorified the God of Israel. ਸੋ ਅੱਜ ਵੀ ਅਜ਼ੀਜ਼ੋ ਜਦੋਂ ਇਸ ਵਿੱਚ ਨੂੰ ਅਸੀਂ ਪੜ੍ਹਦੇ ਹਾਂ, ਯਿਸੂ ਮਸੀਹ ਸ਼ੈਤਾਨ ਦੇ ਬੰਧਨ ਤੋਂ ਛੁਟਕਾਰਾ ਦੇਣ ਆਏ। ਤੋ ਯਿਸੂ ਮਸੀਹ ਨੇ ਉਸ ਸਮੇਂ ਉਹ ਜਿਹੜੇ ਜ਼ਿੰਦਗੀਆਂ ਸ਼ੈਤਾਨ ਦੇ ਦੁਆਰਾ ਬੰਨ੍ਹੀਆਂ ਗਈਆਂ ਸੀ, ਜਿਨ੍ਹਾਂ ਤੇ ਕਬਜ਼ਾ ਕੀਤਾ ਸੀ, ਯਿਸੂ ਮਸੀਹ ਨੇ ਉਹਨਾਂ ਨੂੰ ਛੁਟਕਾਰਾ ਦਿੱਤਾ। And we read here that Jesus Christ came and he healed everyone, blind, lame, and those who had other various things wrong with them, he healed them all. ਅੱਜ ਵੀ ਪਰਮੇਸ਼ਰ ਲੋਕਾਂ ਤੇ ਤਰਸ ਕਰਦਾ ਹੈ। ਬਹੁਤ ਸਾਰੇ ਲੋਕ ਉਹਦੀ ਦਇਆ ਦੇ ਦੁਆਰਾ ਜਿਨ੍ਹਾਂ ਤੇ ਉਹਨਾਂ ਦੀ ਦਇਆ ਹੋ ਜਾਂਦੀ ਹੈ, ਉਹਨਾਂ ਨੂੰ ਚੰਗੇ ਕਰਦੇ ਹੈ। And even today Jesus Christ has that same compassion on those people who are bound by the enemy to set you free. ਸੋ ਅੱਜ ਵੀ ਜਿਹੜੇ ਲੋਕ ਯਿਸੂ ਨਾਮ ਤੇ ਵਿਸ਼ਵਾਸ ਕਰਦੇ ਹੈ, ਉਹ ਸ਼ੈਤਾਨ ਦੇ ਬੰਧਨਾਂ ਤੋਂ ਛੁਟਕਾਰਾ ਪਾਉਂਦੇ ਹੈ ਇਸ ਧਰਤੀ ਤੇ, ਔਰ ਮਰਨ ਤੋਂ ਬਾਅਦ ਵਿੱਚ ਹੀ
ਨਰਕ ਤੋਂ ਛੁਟਕਾਰਾ ਪਾਉਂਦੇ ਹੈ, ਜਿਸ ਨੂੰ ਅਸੀਂ ਮੁਕਤੀ ਕਹਿੰਦੇ ਹਾਂ। And even today, those who believe in Jesus are set free and receive eternal life. ਜਿਹੜੇ ਹਾਲੇ ਤੱਕ ਜਿਨ੍ਹਾਂ ਨੇ ਪਰਮੇਸ਼ਰ ਨੂੰ ਨਹੀਂ ਜਾਣਿਆ, ਜਿਨ੍ਹਾਂ ਨੇ ਯਿਸੂ ਨਾਮ ਨੂੰ ਨਹੀਂ ਜਾਣਿਆ, ਜਿਨ੍ਹਾਂ ਨੇ ਮੁਕਤੀ ਨਹੀਂ ਪਾਈ, ਪਲੀਜ਼ ਆਪਣੀ ਜ਼ਿੰਦਗੀਆਂ ਨੂੰ ਪ੍ਰਭੂ ਦੇ ਅਧੀਨ ਕਰੇ, ਪਰ ਉਸ ਪਰਮੇਸ਼ਰ ਨੂੰ ਜਾਣੇ ਜਿਸ ਪਰਮੇਸ਼ਰ ਨੇ ਸਾਰੇ ਜਹਾਨ ਨੂੰ ਰਚਿਆ, ਜਿਸ ਪਰਮੇਸ਼ਰ ਨੇ ਸਾਰੇ ਜਹਾਨ ਨੂੰ ਚਲਾ ਰਿਹਾ ਹੈ, ਜਿਸ ਪਰਮੇਸ਼ਰ ਨੇ ਇਨਸਾਨ ਦਾ ਨਿਆਂ ਕਰਨਾ ਹੈ। ਆਓ ਅਸੀਂ ਇਸ ਮੈਸੇਜ ਦੇ ਦੁਆਰਾ ਆਪਣੇ ਜੀਵਨ ਨੂੰ ਪਰਮੇਸ਼ਰ ਦੇ ਅਧੀਨ ਕਰੀਏ, ਪਰਮੇਸ਼ਰ ਨਾਲ ਜੋੜੀਏ ਔਰ ਯਿਸੂ ਮਸੀਹ ਦੇ ਨਾਮ ਤੇ ਵਿਸ਼ਵਾਸ ਕਰੀਏ, ਕਿਉਂਕਿ ਜੋ ਯਿਸੂ ਤੇ ਵਿਸ਼ਵਾਸ ਕਰਦੇ ਹੈ ਉਹ ਮੁਕਤੀ ਪਾਉਂਦੇ ਹੈ। ਜੋ ਯਿਸੂ ਮਸੀਹ ਤੇ ਵਿਸ਼ਵਾਸ ਕਰਦੇ ਹੈ ਉਹ ਸ਼ੈਤਾਨ ਦੇ ਬੰਧਨਾਂ ਤੋਂ ਛੁਟਕਾਰਾ ਪਾਉਂਦੇ ਹੈ, ਅਨੰਤ ਜੀਵਨ ਦੇ ਅਧਿਕਾਰੀ ਹੁੰਦੇ ਹੈ। And let us be set free from everything that's bound in us. If you don't know Jesus, he can set you free. He can give you eternal life. He can heal you and make you whole. ਸੋ ਅਸੀਂ ਜੋ ਯਿਸੂ ਮਸੀਹ ਨੂੰ ਜਾਣ ਚੁੱਕੇ ਹੈ, ਉਹਨਾਂ ਦੀ ਵਾਸਤੇ ਪਰਮੇਸ਼ਰ ਦਾ ਵਚਨ ਇਸ ਤਰ੍ਹਾਂ ਕਹਿੰਦਾ ਹੈ। ਯੋਹਨਾ ਦੀ ਇੰਜੀਲ ਉਹਦਾ 15 ਅਧਿਆਇ ਉਹਦੇ ਅਸੀਂ ਜਦੋਂ 5ਵੇਂ ਵਚਨ ਨੂੰ ਪੜ੍ਹਦੇ ਹਾਂ ਤਾਂ ਪਰਮੇਸ਼ਰ ਦੇ ਵਚਨ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਯਿਸੂ ਮਸੀਹ ਕਹਿੰਦੇ ਹੈ ਕਿ ਅੰਗੂਰ ਦੀ ਬੇਲ ਮੈਂ ਹਾਂ, ਤੁਸੀਂ ਮੇਰੀਆਂ ਟਹਿਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਮੈਂ ਉਸ ਵਿੱਚ ਸੋਈਓ ਬਹੁਤ ਫਲ ਦਿੰਦਾ ਹੈ, ਕਿਉਂ ਜੋ ਮੇਰੇ ਤੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। And in John 15, verse 5, we read, for those who know Jesus Christ, we encourage you with this scripture. I am the vine, you are the branches. He who abides in me and I in him bears much fruit. Without me you cannot do nothing. ਸੋ ਜਿਨ੍ਹਾਂ ਨੇ ਹਾਲੇ ਤੱਕ ਯਿਸੂ ਨਾਮ ਨੂੰ ਨਹੀਂ ਜਾਣਿਆ, ਉਹਨਾਂ ਨੂੰ ਮੌਕਾ ਹੈ ਕਿ ਉਹ ਮੁਕਤੀ ਦੀ ਭਾਲ ਕਰਨ, ਉਹ ਪਰਮੇਸ਼ਰ ਨੂੰ ਜਾਣਨ ਔਰ ਯਿਸੂ ਮਸੀਹ ਦੇ ਪਾਸ ਆਉਣ, ਮੁਕਤੀ ਪਾਉਣ। ਜੋ ਲੋਕ ਯਿਸੂ ਮਸੀਹ ਨੂੰ ਜਾਣ ਚੁੱਕੇ ਹੈ ਉਹਨਾਂ ਦੇ ਵਾਸਤੇ ਪਰਮੇਸ਼ਰ ਦਾ ਪਿਆਰ ਇਹ ਕਹਿੰਦਾ ਹੈ ਕਿ ਮੈਂ ਬੇਲ ਹਾਂ, ਤੁਸੀਂ ਮੇਰੀਆਂ ਟਾਹਣੀਆਂ ਹੋ। ਅਗਰ ਤੁਸੀਂ ਮੇਰੇ ਵਿੱਚ ਰਹੋਗੇ ਤੁਸੀਂ ਬਹੁਤ ਫਲਦਾਰ ਹੋਵੋਗੇ। ਇਸ ਧਰਤੀ ਵਿੱਚ ਵੀ ਆਸ਼ੀਸ਼ ਵਾਲਾ ਜੀਵਨ, ਇਸ ਧਰਤੀ ਨੂੰ ਛੱਡਣ ਬਾਅਦ ਵਿੱਚ ਵੀ ਸਦਾ ਦੀ ਖੁਸ਼ੀ ਜਾ ਪਹੁੰਚਦੇ ਹੈ। And if you do not know Jesus Christ today, we encourage you to put your trust in him, put your hope and your faith in him, that he is a true God, that he'll set you free from what you've been held captive to. And for those who know him, we encourage you to stay in Jesus Christ, and because he is the vine and we are the branches. Without him we cannot do anything. ਸੋ ਪ੍ਰਭੂ ਦੇ ਪਿਆਰਿਓ, ਯਿਸੂ ਮਸੀਹ ਦਾ ਆਉਣਾ ਬਹੁਤ ਨਜ਼ਦੀਕ ਹੈ। ਆਓ ਅਸੀਂ ਯਿਸੂ ਮਸੀਹ ਨੂੰ ਜਾਣੀਏ। ਜਿਸ ਪਰਮੇਸ਼ਰ ਨੇ ਜਹਾਨ ਨੂੰ ਬਣਾਇਆ ਉਹ ਇੱਕ ਦਿਨ ਜਹਾਨ ਦਾ ਨਿਆਂ ਕਰਨ ਵਾਸਤੇ ਆ ਰਿਹਾ ਹੈ। ਆਪਣੇ ਆਪ ਨੂੰ ਯਿਸੂ ਮਸੀਹ ਦੇ ਨਾਲ ਜੋੜੀਏ, ਆਪਣਾ ਜੀਵਨ ਉਹਦੇ ਅਧੀਨ ਕਰੀਏ ਤਾਂ ਜੋ ਅਸੀਂ ਮੁਕਤੀ ਦੇ ਵਾਰਸ ਹੋ ਸਕੀਏ। ਅਸੀਂ ਉਸ ਸਦਾ ਦੀ ਨਰਕ ਤੋਂ, ਸਦਾ ਦੀ ਉਸ ਅੱਗ ਤੋਂ ਅਸੀਂ ਬਚ ਸਕੀਏ। ਅਸੀਂ ਉਸ ਜਗ੍ਹਾ ਤੇ ਪਹੁੰਚੀਏ ਜਿੱਥੇ ਪਰਮੇਸ਼ਰ ਹੈ, ਜਿੱਥੇ ਸ਼ਾਂਤੀ ਹੈ, ਜਿੱਥੇ ਤਸੱਲੀ ਹੈ, ਜਿੱਥੇ ਸਦਾ ਦਾ ਉਹ ਰਾਜੋ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ ਯਿਸੂ ਮਸੀਹ ਵਾਸ ਕਰਦੇ ਹੈ। And we thank the Lord that one day we will be with him with eternal life and in peace. Then one day we could reach and have that salvation. ਸੋ ਆਪਣੇ ਕੰਨ ਬੰਦ ਕਰੀਏ, ਸਿਰਾਂ ਝੁਕਾ ਕੇ ਅਸੀਂ ਪ੍ਰਭੂ ਜੀ ਦੇ ਦਾਸੀ ਦੇ ਨਾਲ ਪ੍ਰਾਰਥਨਾ ਕਰਾਂਗੇ ਤਾਂ ਜੋ ਜਿੰਨਾ ਵੀ ਵਚਨ ਸੁਣਾਇਆ ਗਿਆ ਸਭ ਲੋਕ ਇਸ ਵਚਨ ਨੂੰ ਸੁਣ ਕੇ ਆਸ਼ੀਸ਼ ਪਾਉਣ ਔਰ ਆਪਣਾ ਜੀਵਨ ਪ੍ਰਭੂ ਦੇ ਅਧੀਨ ਕਰਨ ਔਰ ਮੁਕਤੀ ਦੇ ਵਾਰਸ ਬਣ ਸਕਣ। ਦੁਆ ਕਰਾਂਗੇ। Heavenly Father, Lord Jesus, we thank you for this day, Lord. We thank you for your words, Lord Jesus. They are faithful and true, Lord. Father, I pray, Lord Jesus, for those who know you, Lord Jesus, we pray, Lord, that you continue to give them peace, Lord Jesus, to stand on your word, Lord Jesus, to do your will, Lord Jesus. Lord, for those who do not know you, Lord Jesus, to find peace in you, Lord Jesus, and Lord Jesus, to be set free from what the devil is holding them to and binding them by, Lord Jesus. Father, we thank you, Lord Jesus, that you speak to each person who listens to your word, Lord Jesus. Pray, Lord Jesus, that your words will not return void, Lord Jesus, but they will accomplish that which you please, Lord Jesus. Pray, Lord Jesus, that your words will bring much fruit, Lord Jesus. Lord, pray, Lord Jesus, that you'll help each person to abide in you and to do your will. In Jesus' name, Amen. 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 God bless you. Prabhu sabnu आशीष दे. Amen. Amen.